हाँ जी, हैलो स्टूडेंट्स। अज दे इस लैक्चर च असी करांगे डायनामिक्स का लैक्चर नंबर 26 वर्क पावर एनर्जी एक्सरसाइज करते पे हैं 8A। तो ये पार्ट थर्ड आ, तीसरा लैक्चर आ जो असी वर्क डन वाली एक्सरसाइज करते पे हैं। अज असी क्वेश्चन नंबर 8 करांगे। आओ ये आप स्टेटमेंट पढ़िए। हाँ जी, की स्टेटमेंट आ, ए बॉडी ऑफ मास M falls vertically to the surface of earth from a height equal to the radius of earth. Find work done by gravitational force given that it varies inversely as square of the distance from center of earth. हाँ जी, ये सी स्टेटमेंट। ਹੁਣ ਕੀ ਆ, ਇਹ ਸਾਡੇ ਕੋਲ ਸਪੋਜ਼ ਕਰੋ ਅਰਥ ਆ, ਇਹ ਸਾਡੇ ਕੋਲ ਅਰਥ ਆ, ਇੱਥੇ ਕਿਤੇ ਹੋਏਗਾ ਸੈਂਟਰ, ਇੱਥੇ ਹੋਏਗਾ ਸੈਂਟਰ, ਸਪੋਜ਼ ਕਰੋ ਇਹ ਹੈਗਾ C। ਹੁਣ ਕਿਹਾ ਕਿ ਇਸ ਕੁਐਸਚਨ ਦੇ ਵਿੱਚ ਇਹ ਬੋਡੀ ਮਾਸ M ਫੋਲਸ ਵਰਟੀਕਲੀ, ਉੱਪਰੋਂ ਕੁਛ ਅਸੀਂ ਡ੍ਰੌਪ ਕਰ ਰਹੇ ਹਾਂ, ਵਰਟੀਕਲੀ ਕੁਛ ਮੈਂ ਡ੍ਰੌਪ ਕਰ ਰਿਹਾ, ਜਸਟ ਮੈਂ ਡ੍ਰੌਪ ਕਰੂੰਗਾ, ਉਹਨੇ ਨੀਚੇ ਆਉਣਾ। ਜਿੰਨਾ ਸੈਂਟਰ ਹੈ ਨਾ ਅਰਥ ਦਾ, ਇੰਨੀ ਹਾਈਟ ਤੋਂ ਅਸੀਂ ਡ੍ਰੌਪ ਕਰਨਾ। ਸਪੋਜ਼ ਕਰੋ ਇਹ ਥੋੜ੍ਹੀ ਡਾਇਗਰਾਮ ਥੋੜ੍ਹੀ ਵਧੀਆ ਨਹੀਂ ਬਣੀ, ਡਾਇਗਰਾਮ ਥੋੜ੍ਹਾ ਗੋਲ ਬਣਨੀ ਚਾਹੀਦੀ ਸੀ। ਹਾਂਜੀ, ਇੱਥੇ ਸਪੋਜ਼ ਕਰੋ ਸੈਂਟਰ ਆ। ਸਪੋਜ਼ ਕਰੋ ਕਿ ਜੇ ਸਾਡੀ ਇਹ ਸਾਡਾ ਜੇ ਰੇਡੀਅਸ ਆ ਅਰਥ ਦਾ, ਇਹ ਵਾਲਾ, ਇਹ ਕੀ ਹੈ ਸਾਡਾ ਰੇਡੀਅਸ ਹੈ ਅਰਥ ਦਾ, ਤਾਂ ਇੰਨੀ ਹਾਈਟ ਤੋਂ ਹੀ ਅਸੀਂ ਜਿਹੜੀ ਆ ਉਹ ਬੋਡੀ ਅਸੀਂ ਡਰੋਪ ਕਰਨੀ ਆ, ਇੰਨੀ ਹਾਈਟ ਤੋਂ ਹੀ ਅਸੀਂ ਡਰੋਪ ਕਰਨੀ ਹੈ। ਜਿੰਨਾ ਰੇਡੀਅਸ ਹੋਏਗਾ, ਸਪੋਜ਼ ਕਰੋ RB ਰੇਡੀਅਸ ਆਫ ਅਰਥ, ਦੈਨ ਹਾਈਟ ਫਰੋਮ ਵਿਚ ਬੋਡੀ ਡਰੋਪਸ, ਉਹ ਕੀ ਆ, ਉਹ ਵੀ ਆ ਰਿਹਾ। ਕੀ ਹੈ ਸਟੇਟਮੈਂਟ? ਅ ਬੋਡੀ ਆਫ ਮਾਸ M falls vertically to the surface of earth from a height equal to radius of earth. If R is the radius of earth, then height is also R. हाँ जी, find work done by gravitational force। आ देखो ना, मैं ड्रॉप किया, ये ग्रैविटी ने इनू नीचे खिंचया, ठीक है, टुवार्ड्स द अर्थ। सो ग्रैविटी ने जो वर्क डन किया होएगा इनू नीचे ले जाने लिए, वो असी फाइंड करना इस क्वेश्चन के अंदर। फाइंड वर्क डन बाय ग्रैविटेशनल फोर्स गिवन दैट इट वेरीज इनवर्सली। हुण गिवन की आ, जी फोर्स आ ना, वो वेरी करती है किवें, इनवर्सली करती पई आ, एज स्केयर ऑफ डिस्टेंस फ्रॉम सेंटर ऑफ अर्थ। ये आए क्वेश्चन। मैं सपोज कर लेना, लेट आफ्टर एनी टाइम बॉडी ऑफ मास M be at height H, be at हाइट X सपोज कर लो, चलो असी X सपोज कर लाँगे। असी ये सपोज कर लिया कि हाइट X आ, डिस्टेंस X आ, कितों फ्रॉम सेंटर ऑफ अर्थ, ये भी नाम मैंशन कर देंगे, फ्रॉम सेंटर ऑफ अर्थ। ये असी सपोज कर लिया। असी ये सपोज कर लिया एट हाइट X फ्रॉम, मैं ये X सपोज कर लिया कि असी सरफस तो X हाइट ते हैं, X सपोज कर लिया, ये मेरा X है, ये मेरा की है X हाइट तो असी ड्रॉप करते पे हैं। हुण फरदर फोर्स गिवन है सानू, फोर्स वेरी क्या उन्होंने कर दी है, स्केयर ऑफ डिस्टेंस, वो मैं X सपोज कर लिया, वो मैं X सपोज कर लिया। फरदर जे मैं की सपोज कर ला, ਜਾਂ म्यू सपोज कर ला, कॉन्सटेंट ऑफ प्रोपोर्शनैलिटी सपोज कर ला, तो मेरे को फोर्स आ गई μ/x²। हुण एक्चुअल है की है, एक्चुअल च है की आ,
ਸਪੋਜ਼ ਕਰੋ ਕਿ ਉੱਪਰੋਂ ਆ ਰਹੀ ਹੈ ਬੋਡੀ, ਸਪੋਜ਼ ਕਰੋ ਇਹ ਐਕਸ ਆ ਮੇਰੇ ਕੋਲ, ਠੀਕ ਹੈ ਜੀ। ਇੱਥੋਂ ਅਸੀਂ ਡਰੋਪ ਕਰਦੇ ਪਏ, ਕਿਸੇ ਟਾਈਮ 'ਤੇ ਇੱਦਾਂ ਹੋਣਾ ਕਿ ਉਸ ਹਾਈਟ 'ਤੇ ਅਸੀਂ ਹੋਵਾਂਗੇ ਜਦੋਂ ਉਹ ਰੇਡੀਅਸ ਦੇ ਇਕੁਅਲ ਆ, ਠੀਕ ਹੈ ਜੀ। ਇੱਦਾਂ ਹੋ ਸਕਦਾ, ਜਾਂ ਤੁਸੀਂ ਚਲੋ ਇੱਥੋਂ ਤੱਕ ਹੀ ਸਪੋਜ਼ ਕਰ ਲਓ, ਨੋ ਪ੍ਰੋਬਲਮ। ਹਾਂਜੀ, ਇਹ ਮੈਂ ਹੁਣ ਫੋਰਸ ਲਿਖ ਚੁੱਕਿਆ। ਉਸ ਤੋਂ ਬਾਅਦ ਮੈਂ ਇਨੀਸ਼ੀਅਲ ਕੰਡੀਸ਼ਨ ਲਗਾ ਕੇ ਮੈਂ ਇਸ ਕੌਂਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਦੀ ਵੈਲਿਊ ਫਾਈਂਡ ਕਰੂੰਗਾ। ਕੀ ਇਨੀਸ਼ੀਅਲ ਕੰਡੀਸ਼ਨ ਆ ਕਿ ਜਦੋਂ ਅਸੀਂ ਸਰਫੇਸ ਆਫ ਅਰਥ 'ਤੇ ਆ ਜਾਵਾਂਗੇ, ਐਟ ਦਾ ਸਰਫੇਸ ਆਫ ਅਰਥ, ਐਟ ਦਾ ਸਰਫੇਸ ਆਫ ਅਰਥ ਕੀ ਹੋਣਾ, ਬੜੇ ਧਿਆਨ ਨਾਲ ਸਮਝਣਾ। ਐਟ ਦਾ ਸਰਫੇਸ ਆਫ ਅਰਥ ਕੀ ਹੋਏਗਾ, ਐਕਸ ਆਰ ਹੋਏਗਾ, ਐਫ ਐਮ ਜੀ ਹੋਏਗਾ। ਐਕਸ ਹੋਏਗਾ ਆਰ ਅਤੇ ਫੋਰਸ ਕਿੰਨੀ ਹੋਏਗੀ, ਐਮ ਜੀ, ਕਿਉਂਕਿ ਫੋਰਸ ਡਿਊ ਟੂ ਗ੍ਰੈਵਿਟੀ ਆ, ਫੋਰਸ ਡਿਊ ਟੂ ਗ੍ਰੈਵਿਟੀ ਆ ਇਸ ਕੁਐਸਚਨ ਦੇ ਅੰਦਰ। ਹੁਣ ਜਦੋਂ ਨਾ ਅਸੀਂ ਇਨੀਸ਼ੀਅਲੀ ਐਕਸ ਆਰ, ਇਨੀਸ਼ੀਅਲੀ ਨਹੀਂ, ਐਟ ਦਾ ਸਰਫੇਸ ਆਫ ਅਰਥ ਕੀ ਹੋਏਗਾ, ਦੇਖੋ ਜਦੋਂ ਤਾਂ ਅਸੀਂ ਮੈਂ ਐਕਸ ਇਹ ਸਪੋਜ਼ ਕਰੂੰਗਾ, ਇਹ ਐਕਸ ਆ ਮੇਰੇ ਕੋਲ, ਇਹ ਮੇਰੇ ਕੋਲ ਕੀ ਆ ਐਕਸ। ਜਦੋਂ ਮੈਂ ਬੋਡੀ ਡਰੋਪ ਹੁੰਦੀ ਰਹੇਗੀ ਨੀਚੇ, ਜਦੋਂ ਸਰਫੇਸ 'ਤੇ ਆ ਜਾਏਗੀ, ਇੱਥੇ ਪਹੁੰਚ ਜਾਵਾਂਗੇ ਅਸੀਂ, ਉਦੋਂ ਕੀ ਹੋਣਾ, ਐਕਸ ਇਹ 2 ਆ ਰਿਹਾ ਟੋਟਲ, ਡਿਕਰੀਜ਼ ਹੋ ਕੇ ਆਰ ਰਹਿ ਜਾਏਗਾ ਡਿਸਟੈਂਸ। ਕੀ ਹੋਣਾ, ਸਰਫੇਸ 'ਤੇ ਐਕਸ ਆ ਰਿਹਾ, ਮੈਂ ਫਿਰ ਰਿਪੀਟ ਕਰਦਾ, ਪਹਿਲੇ ਸੈਂਟਰ ਤੋਂ ਜਿਹੜਾ ਡਿਸਟੈਂਸ ਆ ਕਿਸੇ ਟਾਈਮ 'ਤੇ ਉਹ 2 ਆ ਰਿਹਾ ਟੋਟਲ, ਜਦੋਂ ਅਸੀਂ ਨੀਚੇ ਆ ਜਾਵਾਂਗੇ ਸਰਫੇਸ 'ਤੇ ਆ ਜਾਵਾਂਗੇ ਫਿਰ ਉਹ ਐਕਸ ਆਰ ਬਚੇਗਾ ਮੇਰੇ ਕੋਲ, ਉਹ ਆ ਜਾਏਗਾ ਆਰ। ਅਤੇ ਫੋਰਸ ਮਾਸ ਇਨਟੂ ਐਕਸਲਰੇਸ਼ਨ, ਕਿਉਂਕਿ ਜਿਹੜੀ ਬੋਡੀ ਆ ਉਹ ਵਰਟੀਕਲੀ ਡਾਊਨਵਰਡ ਆ ਰਹੀ ਆ, ਸੋ ਐਫ ਦੀ ਜਿਹੜੀ ਵੈਲਿਊ ਇੱਥੇ ਜੀ ਲਵਾਂਗੇ, ਕਿਉਂਕਿ ਵਰਟੀਕਲੀ ਡਾਊਨਵਰਡ ਆ ਰਹੇ ਆ। ਫੋਰਸ ਮਾਸ ਇਨਟੂ ਐਕਸਲਰੇਸ਼ਨ, ਠੀਕ ਹੈ ਜੀ, ਫੋਰਸ ਮਾਸ ਇਨਟੂ ਐਕਸਲਰੇਸ਼ਨ। ਇੱਥੇ ਅਪਲਾਈ ਕਰੀਏ ਐਮ ਜੀ, ਦਿਸ ਸਟੈਪ ਇੰਪਲਾਈਜ਼ ਐਮ ਜੀ ਮਿਊ ਅਪੋਨ ਆਰ ਸਕੁਏਅਰ, ਸੋ ਮਿਊ ਇਜ਼ ਐਮ ਜੀ ਆਰ ਸਕੁਏਅਰ। ਇਹ ਮੇਰੇ ਕੋਲ ਮਿਊ ਦੀ ਵੈਲਿਊ ਆ ਗਈ। ਸਬਸਟੀਟਿਊਟ ਕਰ ਦੋਗੇ ਫਸਟ ਵਿੱਚ, ਇਹਨੂੰ ਸਬਸਟੀਟਿਊਟ ਕਰ ਦਿਓ ਇਕੁਏਸ਼ਨ ਨੰਬਰ ਫਸਟ ਵਿੱਚ, ਸੋ ਫੋਰਸ ਮਿਲ ਗਈ ਸਾਨੂੰ, ਕਿੰਨੀ ਮਿਲ ਗਈ, ਮਿਊ ਦੀ ਵੈਲਿਊ ਆ ਗਈ ਐਮ ਜੀ ਆਰ ਸਕੁਏਅਰ ਅਪੋਨ ਐਕਸ ਸਕੁਏਅਰ। ਇਹ ਮੇਰੇ ਕੋਲ ਆ ਗਈ ਫੋਰਸ। ਹੁਣ ਕਿਉਂਕਿ ਫੋਰਸ ਮੇਰੇ ਕੋਲ ਜਿੰਨੀ ਵੀ ਆਈ ਆ, ਪਹਿਲੀ ਗੱਲ ਤਾਂ ਇਹ ਆਈ ਆ ਟੁਵਾਰਡਸ ਸੈਂਟਰ, ਇਹ ਮੈਂਸ਼ਨ ਕਰ ਦਿਓ ਟੁਵਾਰਡਸ ਸੈਂਟਰ ਆਫ ਅਰਥ, ਅਰਥ ਵੱਲ ਜਾ ਰਹੀ ਆ। ਤੁਹਾਨੂੰ ਦੱਸਿਆ ਸੀ ਕਿ ਜਦੋਂ ਅਸੀਂ ਅਰਥ ਵੱਲ ਜਾ ਰਹੇ ਹੋਈਏ ਉਦੋਂ ਜਾਂ ਤਾਂ ਕਹਿ ਲਓ ਫੋਰਸ ਨੈਗੇਟਿਵ ਆ ਅਤੇ ਜਾਂ ਕਹਿ ਲਓ ਵਰਕ ਡਨ ਸ਼ੁੱਡ ਬੀ ਨੈਗੇਟਿਵ। ਹਾਂਜੀ, ਇਹ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਚੁੱਕੀ ਹੋਏਗੀ। ਮੈਂ ਫਿਰ ਰਿਪੀਟ ਕਰਦਾ, ਜੇ ਐਕਸ ਡਿਸਟੈਂਸ ਹੋਵੇ ਟੋਟਲ ਸੈਂਟਰ ਤੋਂ, ਜਦੋਂ ਅਸੀਂ ਸਰਫੇਸ 'ਤੇ ਪਹੁੰਚ ਜਾਵਾਂਗੇ ਤਾਂ ਉਹ ਫਿਰ ਡਿਸਟੈਂਸ ਕਿੰਨਾ ਰਹਿ ਜਾਣਾ, ਡਿਸਟੈਂਸ ਸੈਂਟਰ ਤੋਂ ਮੇਜਰ ਕਰਾਂਗੇ, ਇਹ ਆ ਰਿਹਾ ਇੰਨਾ, ਆਹ ਡਿਸਟੈਂਸ ਕੀ ਹੈ, ਰੇਡੀਅਸ ਆ ਅਰਥ ਦਾ ਰੇਡੀਅਸ। ਜਦੋਂ ਅਸੀਂ ਇੱਥੇ ਪਹੁੰਚ ਜਾਵਾਂਗੇ ਸਰਫੇਸ 'ਤੇ, ਫਿਰ ਸੈਂਟਰ ਤੋਂ ਡਿਸਟੈਂਸ ਆਰ ਬਚਣਾ, ਸੋ ਐਟ ਦਾ ਸਰਫੇਸ ਆਫ ਅਰਥ ਐਕਸ ਇਜ਼ ਇਕੁਅਲ ਟੂ ਆਰ, ਫੋਰਸ ਮਾਸ ਇਨਟੂ ਐਕਸਲਰੇਸ਼ਨ, ਕਿਉਂਕਿ ਵਰਟੀਕਲੀ ਡਾਊਨਵਰਡ ਆ ਰਹੇ ਆ, ਸੋ ਐਫ ਦੀ ਵੈਲਿਊ ਹੋਗੀ ਜੀ, ਸੋ ਐਮ ਜੀ ਮਿਊ ਓਵਰ ਆਰ ਸਕੁਏਅਰ। ਇੱਥੇ ਮਿਊ ਕੈਲਕੂਲੇਟ ਕਰ ਲਿਆ, ਇੱਥੇ ਪੁੱਟ ਕਰਤਾ ਅਤੇ ਮੇਰੇ ਕੋਲ ਫੋਰਸ ਆ ਗਈ ਵਿਚ ਇਜ਼ ਟੁਵਾਰਡਸ ਦਾ ਸੈਂਟਰ। ਦੈਨ ਹੁਣ ਇੱਕ ਗੱਲ ਸਮਝੋ, ਫੋਰਸ ਜਿਹੜੀ ਵੀ ਆਈ ਹੈ ਮੇਰੇ ਕੋਲ, ਫੋਰਸ ਮੇਰੇ ਕੋਲ ਕਿੰਨੀ ਆਈ, ਮੈਂ ਦੁਬਾਰਾ ਲਿਖ ਲਵਾਂ, ਮੇਰੇ ਕੋਲ ਆਈ ਆ ਐਮ ਜੀ ਆਰ ਸਕੁਏਅਰ ਅਪੋਨ ਐਕਸ ਸਕੁਏਅਰ ਟੁਵਾਰਡਸ ਦਾ ਸੈਂਟਰ ਆਫ ਅਰਥ। ਹੁਣ ਜਿੰਨੀ ਵੀ ਫੋਰਸ ਆਈ ਆ ਵੇਰੀਏਬਲ ਆਈ ਆ, ਕੌਂਸਟੈਂਟ ਫੋਰਸ ਨਹੀਂ ਹੈਗੀ। ਜੇ ਵੇਰੀਏਬਲ ਫੋਰਸ ਹੋਵੇ ਤਾਂ ਉਸ ਕੇਸ ਵਿੱਚ ਕੀ ਕਰਦੇ ਹੁੰਦੇ ਅਸੀਂ, ਟੋਟਲ ਆਪਣੇ ਵਰਕ ਨੂੰ ਛੋਟੇ ਛੋਟੇ ਪਾਰਟਸ ਵਿੱਚ ਡਿਵਾਈਡ ਕਰ ਲੈਣਾ, ਅਤੇ ਇੱਕ ਛੋਟੇ ਜਿਹੇ ਪੋਰਸ਼ਨ ਦਾ ਅਸੀਂ ਵਰਕ ਡਨ ਫਾਈਂਡ ਕਰ ਲੈਣਾ, ਦੈਨ ਅਸੀਂ ਫਾਈਂਡ ਕਰਾਂਗੇ ਟੋਟਲ ਵਰਕ ਡਨ। ਇਹ ਸੀ ਸਾਡਾ ਸਿਸਟਮ। ਕੀ ਕਰਾਂਗੇ, ਕਿਉਂਕਿ ਵੇਰੀਏਬਲ ਆ ਡਿਊ ਟੂ ਐਕਸ, ਸੋ ਵਰਕ ਡਨ ਫੋਰ ਅ ਸਮਾਲ ਡਿਸਪਲੇਸਮੈਂਟ ਡੈਲਟਾ ਐਕਸ ਅਸੀਂ ਡਿਸਟੈਂਸ ਸਪੋਜ਼ ਕਰ ਲਿਆ, ਉਹ ਹੋਏਗਾ ਐਫ ਇੰਟੂ
ਡੈਲਟਾ ਐਕਸ। ਐਫ ਕਿਉਂਕਿ ਅਸੀਂ ਸੈਂਟਰ ਵੱਲ ਜਾ ਰਹੇ ਹਾਂ, ਦੈਟਸ ਵਾਈ ਮਾਈਨਸ ਸਾਈਨ ਮਾਈਨਸ ਐਫ ਡੈਲਟਾ ਐਕਸ। ਦੈਨ substitute value of f is mgr square upon x square into delta x. Now we have to find total work done ਉਹ ਕਿੰਨਾ ਹੋਏਗਾ, ਇੰਟੀਗ੍ਰੇਸ਼ਨ ਆਫ ਮਾਈਨਸ mgr square upon x square and delta x changes to dx। ਹੁਣ ਅਸੀਂ ਲਿਮਿਟਸ ਆਫ ਇੰਟੈਗਰੇਸ਼ਨ ਕੀ ਚੂਜ਼ ਕਰਨੀਆਂ ਉਹ ਬੜੇ ਧਿਆਨ ਦੇ ਨਾਲ ਸਮਝਣਾ ਤੁਸੀਂ। ਜਦੋਂ ਅਸੀਂ ਇਨੀਸ਼ੀਅਲੀ ਇਸ ਪੋਜੀਸ਼ਨ 'ਤੇ ਸੀ ਉਦੋਂ ਸਾਡੇ ਕੋਲ ਟੋਟਲ ਡਿਸਟੈਂਸ ਸੀ 2r। ਸੈਂਟਰ ਤੋਂ ਅਸੀਂ ਡਿਸਟੈਂਸ ਮੇਜਰ ਕਰਨਾ ਆਲਵੇਜ਼, ਉਦੋਂ ਪਹਿਲਾ ਡਿਸਟੈਂਸ ਕਿੰਨਾ ਸੀ 2r। ਅਤੇ ਜਿਹੜਾ ਗ੍ਰੈਵਿਟੀ ਨੇ ਵਰਕ ਕਰਨਾ, ਮੈਂ ਕੋਈ ਵੀ ਚੀਜ਼ ਡਰੋਪ ਕਰਦਾ, ਮੈਂ ਹੁਣ ਸੈਂਟਰ ਤੋਂ ਕਿੰਨੇ ਡਿਸਟੈਂਸ 'ਤੇ ਆ 2r, ਅਤੇ ਜਦੋਂ ਸਰਫੇਸ 'ਤੇ ਪਹੁੰਚ ਜਾਊਗਾ ਤਾਂ ਸਰਫੇਸ 'ਤੇ ਜਦੋਂ ਇੱਥੇ ਪਹੁੰਚ ਜਾਊਗਾ ਉਦੋਂ ਡਿਸਟੈਂਸ ਰਹਿ ਜਾਣਾ r। ਮਤਲਬ ਕਿ ਅਸੀਂ ਵਰਕ ਡਨ ਉਹ ਫਾਈਂਡ ਕਰਨਾ ਜਦੋਂ ਇੱਥੋਂ ਇੱਥੇ ਪਹੁੰਚੇ। ਇੱਥੇ x ਦੀ ਵੈਲਿਊ r 2r, ਜਦੋਂ ਇੱਥੇ ਪਹੁੰਚ ਗਏ r ਡਿਕਰੀਜ਼ ਹੋ ਗਈ, r ਰਹਿ ਗਈ। ਸੋ 2r to r ਸੈਂਟਰ ਤੋਂ ਡਿਸਟੈਂਸ ਇਸ ਪੋਜੀਸ਼ਨ 'ਤੇ ਆ ਰਿਹਾ, ਇਸ ਪੋਜੀਸ਼ਨ 'ਤੇ 2 ਆ ਰਿਹਾ। ਸੋ 2r to r ਲਿਮਿਟਸ ਲੈਣੀਆਂ। ਇੱਥੋਂ ਇਸ ਪੁਆਇੰਟ 'ਤੇ ਆਉਣ ਵਾਲਾ ਅਸੀਂ ਜਿਹੜਾ ਵਰਕ ਡਨ ਆ ਉਹ ਫਾਈਂਡ ਕਰਦੇ ਪਏ ਹਾਂ। ਹੁਣ ਅਸੀਂ ਇਹਨੂੰ ਕਰਾਂਗੇ ਸਿੰਪਲੀਫਾਈ। ਕੌਂਸਟੈਂਟ ਟਰਮ ਨੂੰ ਬਾਹਰ ਕਰ ਲਓ, mgr ਸਕੁਏਅਰ, ਪੋਜ਼ੀਟਿਵ ਸਾਈਨ ਨੂੰ ਅੰਦਰ ਹੀ ਰਹਿਣ ਦਿਓ। 1 -1/x ਸਕੁਏਅਰ ਦਾ ਜੋ ਇੰਟੀਗ੍ਰੇਸ਼ਨ ਹੋਣੀ ਆ ਉਹ 1/x ਹੋਏਗੀ। 2r to r ਸਿੰਪਲੀਫਾਈ ਕਰੀਏ ਇਹਨੂੰ ਫਰਦਰ, ਸਿੰਪਲੀਫਾਈ ਕਰੀਏ ਤਾਂ ਉਹ ਆ ਜਾਏਗਾ mgr ਸਕੁਏਅਰ 1/r -1/2r। ਜੇ 2r ਲੈ ਲਈਏ ਐਲਸੀਅਮ ਤਾਂ ਉਹ 1/r ਹੀ ਬਚਣਾ ਸਾਡੇ ਕੋਲ। ਸੋ mgr ਸਕੁਏਅਰ ਅਪੋਨ 2r। ਸੋ r ਇੱਕ ਕੈਂਸਲ ਹੋ ਗਈ। ਸੋ 1/2 mgr। ਹੁਣ ਕਿਸੇ ਕੁਐਸਚਨ 'ਚ ਰੇਡੀਅਸ ਆਫ ਅਰਥ ਗਿਵਨ ਹੁੰਦਾ ਤਾਂ ਫਿਰ ਉਸ ਨੂੰ ਅਸੀਂ ਸਬਸਟੀਚਿਊਟ ਕਰ ਦੇਣਾ ਇੱਥੇ r ਦੀ ਵੈਲਿਊ, ਤਾਂ ਸਾਡਾ ਕੀ ਆ ਜਾਣਾ, ਆਨਸਰ ਆ ਜਾਣਾ। ਇੱਦਾਂ ਹੀ ਜਿਹੜਾ ਹੁਣ ਸੈਕਿੰਡ ਇਹ ਤੋਂ ਜਿਹੜਾ ਨੈਕਸਟ ਜਿਹੜਾ ਅਗਲਾ ਕੁਐਸਚਨ ਆ ਉਹਦੇ ਵਿੱਚ ਮਾਸ ਗਿਵਨ ਆ। ਜਿਹੜਾ ਨੈਕਸਟ ਕੁਐਸਚਨ ਆ ਨਾ ਉਸ ਕੁਐਸਚਨ ਦੇ ਵਿੱਚ ਮਾਸ ਗਿਵਨ ਆ, ਕੁਐਸਚਨ ਸੇਮ ਆ, ਉਹਦੇ ਵਿੱਚ ਮਾਸ ਗਿਵਨ ਆ 1 kg ਐਂਡ ਰੇਡੀਅਸ ਆਫ ਅਰਥ ਵੀ ਗਿਵਨ ਹੈ। ਚਲੋ ਮੈਂ ਉਹ ਕੁਐਸਚਨ ਵੀ ਥੋੜ੍ਹਾ ਕਰਾ ਦੇਣਾ, ਥੋੜ੍ਹੀ ਕਲੈਰਿਟੀ ਹੋ ਜਾਏਗੀ ਤੁਹਾਨੂੰ। ਨੈਕਸਟ ਕੁਐਸਚਨ ਕਰੀਏ। ਹਾਂਜੀ, ਅਸੀਂ ਹੁਣ ਨੈਕਸਟ ਕੁਐਸਚਨ ਕਰਨ ਜਾ ਰਹੇ ਹਾਂ। ਕੀ ਹੈ ਸਟੇਟਮੈਂਟ, ਵਾਟ ਇਜ਼ ਦਾ ਵਰਕ ਡਨ ਇਨ ਮੂਵਿੰਗ ਅ ਮਾਸ 1 kg ਫਰੋਮ ਸਰਫੇਸ ਆਫ ਅਰਥ ਟੂ ਦਾ ਪੁਆਇੰਟ 10⁸ ਕਿਲੋਮੀਟਰ ਫਰੋਮ ਸੈਂਟਰ। ਤਾਂ ਆ ਰੇਡੀਅਸ ਆਫ ਅਰਥ ਵੀ ਗਿਵਨ ਆ 6.37 10⁶ ਮੀਟਰ। ਇਹਨੂੰ ਅਸੀਂ ਐਜ਼ ਇਟ ਇਜ਼ ਯਾਦ ਵੀ ਰੱਖ ਸਕਦੇ ਹਾਂ। ਹੁਣ ਇਹ ਅਸੀਂ ਕੁਐਸਚਨ ਕਰਾਂਗੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਇੱਥੇ ਮਾਸ ਗਿਵਨ ਆ। ਸੋਲੂਸ਼ਨ, ਮਾਸ ਇਜ਼ ਗਿਵਨ ਟੂ ਬੀ 1 kg, ਮਾਸ 1 kg। ਲੈਟ ਆਫਟਰ any time t, any time ਕੋਈ ਬੋਡੀ ਹੋਏਗੀ, ਬੋਡੀ ਲਿਖ ਲਓ ਚਾਹੇ ਪਾਰਟੀਕਲ ਲਿਖ ਲਓ, ਬੋਡੀ ਆਫ ਮਾਸ 1 kg be at a distance x from center of earth। ਫਿਰ ਉੱਦਾਂ ਹੀ ਸਾਡੇ ਕੋਲ ਇੱਕ ਅਰਥ ਆ, ਇੱਥੇ ਕਿਤੇ ਉਹਦਾ ਹੋਏਗਾ ਸੈਂਟਰ, ਇਹ ਹੋਏਗਾ ਉਹਦਾ ਰੇਡੀਅਸ, ਇਹ ਹੋਏਗਾ ਉਹਦਾ ਰੇਡੀਅਸ। ਫਿਰ ਉਹਨਾਂ ਨੇ, ਹਾਂਜੀ ਇਹ ਸਾਡਾ ਰੇਡੀਅਸ ਆ, ਇਹ ਆ ਸਾਡੀ ਸਰਫੇਸ ਅਰਥ ਦੀ, ਇਹ ਸਾਡੀ ਹੋ ਗਈ ਸਰਫੇਸ। ਕਰਨਾ ਕੀ ਆ, ਵਰਕ ਡਨ ਫਾਈਂਡ ਕਰਨਾ ਮੂਵਿੰਗ ਅ ਮਾਸ 1 kg ਫਰੋਮ ਸਰਫੇਸ ਆਫ ਅਰਥ ਟੂ ਦਾ ਪੁਆਇੰਟ ਵਿਚ ਇਜ਼ ਐਟ ਹਾਈਟ 10⁸ ਕਿਲੋਮੀਟਰ। ਇੰਨੀ ਹਾਈਟ 'ਤੇ ਲੈ ਕੇ ਜਾਣਾ। ਹੁਣ ਨੀਚੇ ਨਹੀਂ ਜਾਂਦਾ ਪਿਆ ਪਾਰਟੀਕਲ, ਹੁਣ ਅਸੀਂ ਸਰਫੇਸ ਤੋਂ ਉੱਪਰ ਲੈ ਕੇ ਜਾਣਾ
कितना लैके जाना, बहुत दूर जाना, 10⁸ किलोमीटर वर्टिकली अपवर्ड लैके जाना। हाँ जी, वर्टिकली अपवर्ड लैके जाना। बहुत सारी हाइट आ, हाइट तो बहुत सारी आ। असी सपोज कर लेने कि मैं ये सपोज कर चुके हाँ कि किसी टाइम पर असी एक्स डिस्टेंस ते हाँ, ये असी सपोज कर चुके हैं। हाँ जी, एक्स डिस्टेंस ते हाँ, ये असी सपोज कर चुके हैं। हुण मैं लिखूँगा उस तो बाद फोर्स कितनी है, असी फोर्स लिखांगे। फोर्स बारे इस क्वेश्चन दे विच मैंशन नहीं हैगा, बट वो कोई भी क्वेश्चन जो क्वेश्चन जिहदे विच ग्रैविटेशनल अट्रैक्शन की गल हुंदी आ, उहदे विच असी जिहड़ी फोर्स आ वो प्रोपोर्शनल टू म्यू अपॉन एक्स स्क्वेयर, दैट इज़ विच इंपलाइज कॉन्सटेंट ऑफ प्रोपोर्शनैलिटी लै लो। हाँ, असी लै चुके इत्थे, चलो म्यू लै लिया असी कॉन्सटेंट ऑफ। हाँ जी, ये आ गया म्यू ओवर एक्स स्क्वेयर। उस तो बाद असी इनीशियल कंडीशन अप्लाई करांगे एट द सरफेस ऑफ अर्थ, एट द सरफेस ऑफ अर्थ। सरफस ते असी हुण देखते हैं की हो रहा। ਜਦੋਂ ਅਸੀਂ ਇੱਥੇ ਸਰਫਸ 'ਤੇ ਹਾਂ ਉਦੋਂ ਸੈਂਟਰ ਤੋਂ ਡਿਸਟੈਂਸ ਆ ਰਿਹਾ, ਦੈਟ ਇਜ਼ ਐਕਸ ਆ ਰਿਹਾ, ਐਂਡ ਫੋਰਸ ਕੀ ਹੁੰਦਾ, ਮਾਸ ਇਨਟੂ ਐਕਸਲਰੇਸ਼ਨ। ਇੱਥੇ ਮਾਸ ਆ 1, ਐਕਸਲਰੇਸ਼ਨ ਅਸੀਂ ਇੱਥੇ ਅਪਵਰਡ ਜਾ ਰਹੇ ਹਾਂ, ਉਹ ਹੋਏਗੀ -g। ਸੋ ਉਹ ਮੇਰੇ ਕੋਲ ਆ ਗਿਆ, ਫੋਰਸ ਆ ਗਈ ਮੇਰੇ ਕੋਲ -g, ਇਹ ਆ ਗਈ ਮੇਰੀ ਫੋਰਸ। सो असी सबस्टिट्यूट कर दईए इत्थे -g म्यू अपॉन आर स्केयर। सो म्यू की वैल्यू आ गई -g आर स्केयर, -g r स्केयर। बैक सबस्टिट्यूट कर दो, सो एफ फोर्स मैनू मिल गई -g r स्केयर अपॉन एक्स स्केयर। ये आ मेरी फोर्स। हुण फोर्स मेरी हैगी आ वेरीएबल। जे वेरीएबल आ तो इत्थे असी फिर वर्क डन फॉर स्मॉल डिसप्लेसमेंट वाला असी फार्मूला जिहड़ा यूज़ करांगे, वो असी करिए। वर्क डन फॉर स्मॉल डिसप्लेसमेंट, ये रफ कर दईए हुण आपां। वर्क डन फॉर स्मॉल डिसप्लेसमेंट, हाँ जी, वो की होएगा एफ डेल्टा एक्स। ओरिजिन तो परे जा रहे हैं। पुट वैल्यू ऑफ एफ वो सी -g r स्केयर अपॉन एक्स स्केयर, g r स्केयर अपॉन एक्स स्केयर डेल्टा एक्स। नाउ टोटल वर्क डन कितना होएगा, इंटीग्रेशन -g r स्केयर dx अपॉन एक्स स्केयर। हुण लिमिट्स की आनियाँ वो बड़े ध्यान दे नाल समझनियाँ तुसीं। असी कित्थों कित्थे जाना, सरफेस ऑफ अर्थ तो असी कित्थे जाना, किन्नी हाइट ते जाना, वो सानू मैंशन किया होया 10⁸ हाइट ते जाना, बट वो किलोमीटर आ। 10⁸ हाइट तक जाना बट वो किलोमीटर आ, तो की करोगे तुसीं, उन्होंने मल्टीप्लाई करोगे 100 ਦੇ ਨਾਲ 1000 ਦੇ ਨਾਲ, ਉਹ ਸਾਡੇ ਆ ਜਾਣਗੇ, ਉਹ ਸਾਡੇ ਕੀ ਆ ਜਾਣਗੇ, ਉਹ ਆ ਜਾਣਗੇ ਮੀਟਰ। ਮੀਟਰ 'ਚ ਇਹਨੂੰ ਕਨਵਰਟ ਕਰੋਗੇ 10⁸ ਇੰਟੂ 1000, ਉਹ ਕੀ ਆ ਗਿਆ, ਇਹ ਮੀਟਰ ਬਣ ਗਏ। ਸੋ ਉਹ ਆ ਗਿਆ 10⁻11। ਜਾਂ मैं वैसे 3 ऐड करता, ਜਾਂ ਤੁਸੀਂ 11 लिख लो। की क्या असी कित्थे जाना, असी किहड़ा वर्क डन फाइंड करना, फ्रॉम सरफेस ऑफ अर्थ। सरफेस ऑफ अर्थ ते जिहड़ी हाइट आ सेंटर तो वो सी आर, जाना कितनी हाइट ते आ 10⁸ किलोमीटर, एंड उन्होंने असी मीटर च कन्वर्ट कर लिया 10⁻11। जिन्नी भी हाइट ते जाना वो हैगा 10⁻11 मीटर। इन्नी हाइट ते असी जाना, इनू असी हुण सिंपलीफाई कर लांगे। -g r स्केयर माइनस ना लो आर 10⁻11
-1/x ਸਕੁਏਅਰ dx। ਸੋ ਇਹ ਆ ਗਿਆ GR ਸਕੁਏਅਰ 1/x ਲਿਮਿਟਸ ਆ ਗਈਆਂ ਇਹ ਵਾਲੀਆਂ। ਦੈਨ GR ਸਕੁਏਅਰ 1/10⁻11 -1/r। ਇੱਥੇ ਹੁਣ ਅਸੀਂ r ਦੀ ਵੈਲਿਊ ਸਬਸਟੀਟਿਊਟ ਕਰ ਦਾਂਗੇ, ਉਹ ਸਾਨੂੰ ਗਿਵਨ ਆ, ਉਹਨੂੰ ਸਿੰਪਲੀਫਾਈ ਕਰਨ ਤੋਂ ਬਾਅਦ ਸਾਡਾ ਆਨਸਰ ਆ ਜਾਣਾ। ਹੁਣ ਅਸੀਂ ਕੁਐਸਚਨ ਨੰਬਰ 11th ਕਰਨ ਜਾ ਰਹੇ ਹਾਂ। 10th ਅਤੇ 11th ਬਿਲਕੁਲ ਸੇਮ ਆ। ਕੁਐਸਚਨ ਨੰਬਰ 10th ਅਤੇ 11 ਬਿਲਕੁਲ ਸੇਮ ਆ, ਅਤੇ ਅਸੀਂ ਉਹਨਾਂ 'ਚੋਂ ਇੱਕ ਕੁਐਸਚਨ ਕਰਾ ਰਹੇ ਹਾਂ। ਕੁਐਸਚਨ ਬਿਲਕੁਲ ਸੇਮ ਆ, ਬਸ ਇੱਥੇ 3 ਸੈਂਟੀਮੀਟਰ ਅਤੇ 5 ਸੈਂਟੀਮੀਟਰ। ਦੂਸਰੇ ਕੁਐਸਚਨ 'ਚ ਇੱਥੇ 3 ਸੈਂਟੀਮੀਟਰ ਆ। ਇਹ ਆ 11th। 10th ਕੁਐਸਚਨ ਵਿੱਚ ਇੱਥੇ 3 ਸੈਂਟੀਮੀਟਰ ਆ। ਕੁਐਸਚਨ ਸੇਮ। ਅ ਕੋਰਕ 5 ਸੈਂਟੀਮੀਟਰ ਲੌਂਗ is drawn slowly from neck of bottle. A force exerted at any instant proportional to the area in contact with the bottle. If initially the whole cork is in the bottle and pull is equal to 20 kg, find in erg work done ਅਸੀਂ erg 'ਚ find ਕਰਨਾ in drawing the cork। ਦੇਖੋ ਹੈ ਕੀ ਆ, ਸਾਡੇ ਕੋਲ ਇੱਕ ਬੋਟਲ ਆ, ਸਾਡੇ ਕੋਲ ਕੀ ਆ, ਇੱਕ ਬੋਟਲ ਆ, ਠੀਕ ਹੈ ਜੀ। ਇੱਕ ਸਾਡੇ ਕੋਲ ਬੋਟਲ ਆ, ਇਹ ਇੱਕ ਉਹਦਾ ਜਿਹੜਾ ਕੈਪ ਆ, ਢੱਕਣ ਕਹਿ ਲਓ, ਇਹ ਆ ਉਹ ਸਾਡੇ ਕੋਲ। ਅਸੀਂ ਕੀ ਕਰਨਾ, ਉਹਨੂੰ ਅਸੀਂ ਹੌਲੀ ਹੌਲੀ ਬਾਹਰ ਨਿਕਾਲਣਾ, ਠੀਕ ਹੈ ਜੀ। ਇੱਕ ਉਹਨੂੰ ਅਸੀਂ ਬਾਹਰ ਨਿਕਾਲਣਾ। ਮੈਂ ਐਗਜ਼ਾਮਪਲ 'ਚ ਤੁਹਾਨੂੰ ਦੇਵਾਂ ਤਾਂ ਜਿਸ ਤਰ੍ਹਾਂ ਬਿਲਕੁਲ ਇੱਦਾਂ, ਜਿਵੇਂ ਕਿ ਇਹ ਪੈਨ ਦੇ ਉੱਪਰ ਇਹ ਕੈਪ ਆ, ਅਤੇ ਮੈਂ ਇਹਨੂੰ ਹੌਲੀ ਹੌਲੀ ਬਾਹਰ ਨਿਕਾਲ ਰਿਹਾ, ਠੀਕ ਹੈ ਜੀ। ਇੱਦਾਂ ਬਿਲਕੁਲ ਇੱਦਾਂ ਹੀ ਆ, ਉਹ ਇਨਸਾਈਡ ਹੋਏਗਾ। 5 ਸੈਂਟੀਮੀਟਰ ਲੌਂਗ ਆ ਟੋਟਲ ਜਿਹੜੀ ਉਹਦੀ ਲੰਬਾਈ ਆ ਨਾ, ਉਹ 5 ਸੈਂਟੀਮੀਟਰ ਲੌਂਗ ਆ। ਬੜੇ ਧਿਆਨ ਨਾਲ ਸਮਝੋ। ਇਹ ਉਹ ਪੋਜੀਸ਼ਨ ਆ ਜਦੋਂ ਸਾਰੇ ਦਾ ਸਾਰਾ ਕੋਰਕ, ਉਹ ਜਿਹੜਾ ਉਹਦਾ ਢੱਕਣ ਕਹਿ ਲਓ, ਉਹਦਾ ਕੈਪ ਕਹਿ ਲਓ, ਜਦੋਂ ਇਨਸਾਈਡ ਦਾ ਬੋਟਲ ਆ, ਉਦੋਂ ਇਹ 5 ਸੈਂਟੀ ਇੱਥੋਂ ਤੱਕ ਸਾਡੀ ਬੋਟਲ ਆ, ਤਾਂ ਸਾਰੇ ਦਾ ਸਾਰਾ ਉਹਦੇ ਅੰਦਰ ਯਾਦ ਕਰਨਾ ਕਿ ਅਸੀਂ ਇਹਨੂੰ ਹੌਲੀ 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 ਬਾਹਰ ਨਿਕਾਲਣਾ। ਫਰੋਮ ਨੈਕ ਆਫ ਬੋਟਲ ਅ ਫੋਰਸ ਐਗਜ਼ਰਟਡ ਐਟ ਐਨੀ ਇੰਸਟੈਂਟ ਪ੍ਰਪੋਰਸ਼ਨਲ ਟੂ ਦਾ ਏਰੀਆ ਇਨ ਕੰਟੈਕਟ ਵਿਦ ਬੋਟਲ। ਇਫ ਇਨੀਸ਼ੀਅਲੀ ਦਾ ਹੋਲ ਕੋਰਕ ਇਜ਼ ਇਨ ਦਾ ਬੋਟਲ। ਆ ਦੇਖੋ ਸ਼ੁਰੂ 'ਚ ਸਾਰਾ ਉਹ ਕੋਰਕ ਉਹਦੇ ਅੰਦਰ ਹੀ ਆ ਸ਼ੁਰੂਆਤ ਵਿੱਚ। ਅਤੇ ਕਰਨਾ ਕੀ ਆ, ਹਾਂ, ਅਤੇ ਪੁੱਲ ਅਸੀਂ ਕਿੰਨਾ ਲਾਣਾ, ਹੁਣ ਪੁੱਲ ਕਿੰਨਾ ਕਰਨਾ ਅਸੀਂ 20 kg, ਅਤੇ ਅਸੀਂ ਉਹ ਵਰਕ ਡਨ ਫਾਈਂਡ ਕਰਨਾ ਕਿ ਉਹ ਸਾਰਿਆਂ ਦਾ ਸਾਰਾ ਜਿਹੜਾ ਉਹ ਕੋਰਕ ਆ ਉਹ ਬਾਹਰ ਆ ਜਾਵੇ। ਦੇਖੋ ਹੋਣਾ ਕੀ ਆ, ਕਿਸੇ ਪੋਜੀਸ਼ਨ 'ਤੇ ਕੀ ਹੋਣਾ ਕਿ ਅਸੀਂ ਕੁਛ ਕੋਰਕ ਦਾ ਪੋਰਸ਼ਨ ਜਿਹੜਾ ਵਾ ਉਹ ਬਾਹਰ ਕਰ ਲਿਆ, ਕੁਛ ਕੋਰਕ ਦਾ ਜਿਹੜਾ ਪੋਰਸ਼ਨ ਆ ਉਹ ਅਸੀਂ ਬਾਹਰ ਕਰ ਲਿਆ। ਕਿਸੇ ਪੋਜੀਸ਼ਨ 'ਤੇ ਕੀ ਹੋ ਜਾਣਾ ਕਿ ਸਪੋਜ਼ ਕਰੋ ਇੰਨਾ ਅਸੀਂ ਜਿਹੜਾ ਪੋਰਸ਼ਨ ਆ ਹੁਣ ਬਾਹਰ ਕਰ ਲਿਆ, ਅਤੇ ਹੁਣ ਸਾਡੀ ਜਿਹੜੀ ਪੋਜੀਸ਼ਨ ਆ ਉਹ ਕੁਛ ਇੱਦਾਂ ਹੋ ਗਈ, ਠੀਕ ਹੈ ਜੀ। ਆਹ ਸਾਡੀ ਪੁਰਾਣੀ ਪੋਜੀਸ਼ਨ ਸੀ। ਸਾਡੀ ਜਿਹੜੀ ਬੋਟਲ ਆ ਉਹ ਇੱਥੋਂ ਤੱਕ ਆ, ਇੱਥੋਂ ਤੱਕ ਸਾਡੀ ਬੋਟਲ ਸੀ। ਆ ਟੋਟਲ 5 ਆ ਹੁਣ ਆਹ ਵਾਲਾ, ਆ ਟੋਟਲ 5 ਆ। ਆਹ ਵਾਲੀ ਲੈਂਥ ਕਿੰਨੀ ਆ 5। ਹੁਣ ਉਹ ਥੋੜ੍ਹੇ ਬਾਹਰ ਆ ਚੁੱਕਿਆ। ਪਹਿਲੇ ਬੋਟਲ ਸੀ ਇੱਥੋਂ ਤੱਕ, ਅਤੇ ਹੁਣ ਹੋਇਆ ਕਿ ਮੈਂ ਉਹ ਫਾਈਨਲ ਜਿਹੜੀ ਡਾਇਗਰਾਮ ਉਹ ਤੁਹਾਨੂੰ ਦੱਸਾਂ ਕਿ ਹੈ ਕੀ ਆ ਸਾਡੇ ਕੋਲ, ਕਿ ਕਿਸੇ ਪੋਜੀਸ਼ਨ 'ਤੇ ਜਾ ਕੇ ਕੀ ਹੋਇਆ। ਇਸ ਚੀਜ਼ ਨੂੰ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦਾ। ਇਸ ਚੀਜ਼ ਨੂੰ ਅਸੀਂ ਕੀ ਕਰਦੇ ਹਾਂ, ਥੋੜ੍ਹਾ ਜ਼ੂਮ ਕਰਕੇ ਦੇਖਦੇ ਹਾਂ। ਇਸ ਤਰੀਕੇ ਆ, ਸਪੋਜ਼ ਕਰੋ ਉਹ ਕੋਰਕ ਇਸ ਤਰੀਕੇ ਆ ਸਾਡੇ ਕੋਲ ਕੋਰਕ, ਇਸ ਤਰੀਕੇ। ਪਹਿਲੇ ਇਨਸਾਈਡ ਸੀ ਉਸ ਬੋਟਲ ਦੇ, ਸਪੋਜ਼ ਕਰੋ ਇੱਥੋਂ ਤੱਕ ਬੋਟਲ ਆ ਸਾਡੀ, ਇਸ ਤਰੀਕੇ। ਹਾਂਜੀ, ਹੁਣ ਜਿਹੜੀ ਉਹਦੀ ਹੁਣ ਵਾਲੀ ਪੋਜੀਸ਼ਨ ਆ ਉਹ ਇੱਥੇ ਆ। ਇਹ ਸਾਡੇ ਕੋਲ ਟੋਟਲ 5 ਆ। ਬੋਟਲ ਹੀ ਬਣਾ ਲਓ।
हाँ जी ਹੁਣ ਕਰਨਾ ਕੀ ਆ ਸਪੋਜ਼ ਕਰ ਲੈਂਦੇ ਹਾਂ ਅਸੀਂ ਇਹ ਸੀ ਉਹਦੀ ਟੋਟਲ 5 ਮੈਂ ਇੱਥੇ ਚਲੋ ਮੈਂਸ਼ਨ ਕਰ ਦਿੰਦਾ ਟੋਟਲ ਸੀ 5 ਹੁਣ ਕੀ ਆ ਕਿ ਕੁਛ ਪੋਰਸ਼ਨ ਜਿਹੜਾ ਬਾਹਰ ਆ ਚੁੱਕਿਆ ਟੋਟਲ 5 ਸੀ ਇਸ ਤਰੀਕੇ ਨਾਲ ਮੈਂਸ਼ਨ ਕਰੀਏ ਮੈਂ ਇੱਥੇ ਪਹਿਲਾਂ ਤੋਂ ਕੁਛ ਮੈਂਸ਼ਨ ਕਰਦਾ ਫਿਰ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਪਹਿਲੇ ਮੈਂ ਲਿਖੂੰਗਾ ਲੈਟ a length x has been extracted from bottle हाँ जी कि जी असी एक्स लेंथ आ वो असी बाहर रिमूव कर ली एक्स लेंथ जी असी बाहर रिमूव कर ली सपोज करो इन्नी लेंथ जी असी बाहर रिमूव कर ली ये वाली इन्नी लेंथ असी एक्स बाहर रिमूव कर दी नाओ बाकी कितनी बची 5 माइनस एक्स लेंथ the length in contact with the bottle is equal to 5 minus x total C 5 कॉर्क की लेंथ जिहदे चों मैं एक्स जी बाहर रिमूव कर चुकी हाँ इन कंटैक्ट विद बॉटल इत्थों तक बॉटल आ वो रह गई 5 माइनस एक्स फिर रिपीट करदा टोटल 5 सी एक्स जी है उस बॉटल चों बाहर आ चुकी है सो इन कंटैक्ट विद बॉटल साढ़े को बची 5 माइनस एक्स हुण क्वेश्चन की मैंशन किया बड़े ध्यान नाल समझना फोर्स एक्सर्टेड एट एनी इंस्टेंट प्रोपोर्शनल टू फोर्स प्रोपोर्शनल टू एरिया इन कंटैक्ट विद बॉटल एरिया फाइंड करना फिर फोर्स फाइंड होनी है पहले एरिया फाइंड होना एरिया इन कंटैक्ट विद बॉटल एक ही है लेंथ इन कंटैक्ट विद बॉटल नाउ यू हैव टू फाइंड एरिया इन कंटैक्ट विद बॉटल हुण असी इस पोर्शन का एरिया फाइंड करांगे मैं इस चीज़ नूं तुहानूं थोड़ा जिहा जूम करके दिखावां जिद्दां मैं पहले दिखाण लग्या सी बड़े ध्यान नाल समझना ये है सपोज करो ये वो लेंथ आ जी इन कंटैक्ट विद बॉटल आ जो पोर्शन हजे बॉटल के अंदर आ ये वो आ ये हाइट कितनी है टोटल 5 माइनस एक्स ये जोड़ा पोर्शन है ना इन्ना इनू मैं थोड़ा जूम करके तुहानूं दिखा रहा ये इन्नी ये हाइट है टोटल इन्नी की है ये हाइट आ हाँ जी इन्नी ये होगी हाइट 5 माइनस एक्स हुण एरिया की होएगा बड़े ध्यान नाल समझना एक सिलेंड्रीकल शेप आ ये बोटल का जो वो देख के ना वो सिलेंड्रीकल शेप आ तो इसका एरिया की हुंदा एरिया हुंदा सिलेंडर का 2 पाई आर एच वेयर आर इज़ रेडियस ऑफ सिलेंड्रीकल शेप सिलेंड्रीकल बोटल वो नैक का जो रेडियस है वो आर सो ये असी फार्मूला इत्थे चूज़ करांगे सो साडी वो हाइट कितनी है 5 माइनस एक्स एक सिलेंड्रीकल शेप बन रही है जो सिलेंड्रीकल शेप बनती पई है सो एरिया इन कंटैक्ट विद बॉटल की आना 2 पाई आर इंटू 5 माइनस एक्स ये आना एरिया इन कंटैक्ट विद बॉटल ये वाला पोर्शन इस पोर्शन की गल हो रही है इस पोर्शन की गल हो रही है असी एरिया कैलकुलेट कर लिया सो इनू हुण फोर्स कितनी लगनी है बाहर रिमूव करने के लिए फोर्स कितनी लगनी असी इत्थे कह चुके हैं मैंशन कर चुके हैं फोर्स एक्सर्टेड एट एनी इंस्टेंट प्रोपोर्शनल टू एरिया इन कंटैक्ट विद बॉटल जो दे कंटैक्ट विच आ तो कितना मेरे कोल प्रोपोर्शनल टू 2 पाई आर एच एंड एच इज़ 5 माइनस एक्स कॉन्सटेंट ऑफ प्रोपोर्शनैलिटी सपोज कर लो के सो के 2 पाई आर 5 माइनस एक्स सो हुण असी इनीशियल कंडीशन लगावांगे वो उन्होंने एक इनीशियल कंडीशन गिवन दी हुई आ विच की गिवन आ इफ इनीशियली
द होल कॉर्क इज़ इन द बॉटल। ਜਦੋਂ ਕਹਿੰਦੇ ਸਾਰੀ ਕੌਰਕ ਹੀ ਉਹਦੇ ਅੰਦਰ ਆ, ਉਸ ਕੇਸ ਵਿੱਚ ਕੀ ਹੋਣਾ, ਬੜੇ ਧਿਆਨ ਨਾਲ ਸਮਝਣਾ। ਦੇਖੋ ਐਕਸ ਕੀ ਸੀ, ਉਹ ਪੋਰਸ਼ਨ ਆ ਜਿਹੜਾ ਅਸੀਂ ਬਾਹਰ ਰਿਮੂਵ ਕਰ ਚੁੱਕੇ ਹਾਂ, ਅਤੇ ਜਦੋਂ ਉਹ ਸਾਰੀ ਕੌਰਕ ਅੰਦਰ ਹੀ ਹੋਏਗੀ ਤਾਂ ਐਕਸ ਹੋਏਗਾ 0। ਜਿੰਨਾ ਅਸੀਂ ਪੋਰਸ਼ਨ ਉਸ ਬਾਹਰ ਕਰੀ ਜਾ ਰਹੇ ਹਾਂ, ਉਸ ਬੋਟਲ ਦੇ ਵਿੱਚੋਂ ਜਿੰਨਾ ਪੋਰਸ਼ਨ ਬਾਹਰ ਕਰੀ ਜਾ ਰਹੇ ਹਾਂ ਨਾ, ਜਿੰਨਾ ਪੋਰਸ਼ਨ ਬਾਹਰ ਆ ਜਾਂਦਾ ਉਹ ਸਾਡਾ ਐਕਸ ਆ। ਅਤੇ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਸਾਰੀ ਕੌਰਕ ਅੰਦਰ ਆ, ਇਹਦਾ ਮੀਨਿੰਗ ਉਸ ਕੇਸ ਵਿੱਚ ਐਕਸ 0 ਹੋਏਗਾ ਕਿ ਅਸੀਂ ਕੁਝ ਕੱਢੇ ਨਹੀਂ ਹਜੇ ਬਾਹਰ। ਇਨੀਸ਼ੀਅਲੀ ਕੀ ਹੋਣਾ, ਇਨੀਸ਼ੀਅਲੀ ਕੀ ਗਿਵਨ ਆ, ਇਨੀਸ਼ੀਅਲੀ ਐਕਸ 0, ਐਕਸ ਕੀ ਸੀ, ਮੈਂ ਫਿਰ ਰਿਪੀਟ ਕਰਦਾ, ਐਕਸ ਕੀ ਆ, ਐਕਸ ਉਹ ਲੈਂਥ ਆ ਜਿਹੜੀ ਅਸੀਂ ਬਾਹਰ ਕਰ ਚੁੱਕੇ ਹਾਂ ਕੌਰਕ 'ਚੋਂ, ਜਿੰਨਾ ਕੌਰਕ ਅਸੀਂ ਪੋਰਸ਼ਨ ਬਾਹਰ ਕਰ ਚੁੱਕੇ ਹਾਂ ਬੋਟਲ 'ਚੋਂ, ਉਹ ਆ ਐਕਸ। ਅਤੇ ਜਦੋਂ ਸਾਰੀ ਕੌਰਕ ਅੰਦਰ ਹੀ ਆ, ਉਸ ਕੇਸ ਵਿੱਚ ਕੀ ਹੋਣਾ, ਐਕਸ 0 ਹੋਣਾ। ਇਨੀਸ਼ੀਅਲੀ ਹੋਲ ਕੌਰਕ ਇਜ਼ ਇਨ ਦਾ ਬੋਟਲ ਐਂਡ ਪੁੱਲ, ਫੋਰਸ ਕਿੰਨੀ ਉਸ ਕੇਸ ਵਿੱਚ 20, ਉਸ ਕੇਸ ਵਿੱਚ ਫਿਰ ਫੋਰਸ ਕਿੰਨੀ ਲੈਣੀ ਆ, 20 kg ਲੈਣੀ ਆ। ਬਟ ਇੱਕ ਚੀਜ਼ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਚੈਪਟਰ ਨੰਬਰ 3 ਵਿੱਚ, ਫੋਰਸ ਇਜ਼ ਆਲਵੇਜ਼ ਟੇਕਨ ਇਨ ਆਈਦਰ ਇਨ ਡਾਈਨ ਔਰ ਇਨ ਨਿਊਟਨ। ਬਟ ਇੱਥੇ ਅਸੀਂ ਸਮੋਲ ਯੂਨਿਟ ਲੈ ਕੇ ਚੱਲਣਾ, ਇੱਥੇ ਅਸੀਂ ਲੈ ਕੇ ਚੱਲਣਾ ਕੀ ਆ, ਸਮੋਲ ਯੂਨਿਟ, ਕਿਉਂਕਿ ਅਸੀਂ ਅਰਗ ਵਿੱਚ ਕੈਲਕੂਲੇਟ ਕਰਨਾ। ਸਾਡਾ ਡਿਸਟੈਂਸ ਵੀ ਜਿਹੜਾ CGS ਸਿਸਟਮ ਚੱਲਦਾ ਪਿਆ ਇੱਥੇ 5 ਸੈਂਟੀਮੀਟਰ, ਅਤੇ ਅਸੀਂ ਆਨਸਰ ਵੀ ਜਿਹੜਾ ਕੈਲਕੂਲੇਟ ਕਰਨਾ ਉਹ ਅਰਗ ਵਿੱਚ ਕਰਨਾ। ਸੋ ਇਹ ਕੀ ਆ ਜਾਏਗਾ ਸਾਡੇ ਕੋਲ, ਪਹਿਲੇ ਕੀ ਕਰੋ 20 × 1000, ਇਹ ਹੋ ਗਏ ਗ੍ਰਾਮ। ਦੈਨ ਜਿਹੜੀ ਫੋਰਸ ਆ ਉਹ ਗ੍ਰਾਮ ਜਾਂ ਕਿਲੋਗ੍ਰਾਮ 'ਚ ਨਹੀਂ ਹੁੰਦੀ, ਉਹ ਜਾਂ ਹੋਏਗੀ ਨਿਊਟਨ 'ਚ ਜਾਂ ਹੋਏਗੀ ਡਾਈਨ 'ਚ। ਅਤੇ ਕੀ ਕਰੋਗੇ ਤੁਸੀਂ 20,000 G ਡਾਈਨ, ਅਸੀਂ ਉਹਨੂੰ ਡਾਈਨ 'ਚ ਕਨਵਰਟ ਕਰਾਂਗੇ। ਇਹ ਸਾਡੀ ਆ ਇਨੀਸ਼ੀਅਲ ਕੰਡੀਸ਼ਨ, ਇਹ ਹੁਣ ਅਸੀਂ ਅਪਲਾਈ ਕਰਾਂਗੇ। ਤਾਂ ਦੇਖੋ ਉੱਥੋਂ ਅਸੀਂ ਕੇ ਕੈਲਕੂਲੇਟ ਕਰ ਲਾਂਗੇ, ਉੱਥੋਂ ਅਸੀਂ ਕੇ ਕੈਲਕੂਲੇਟ ਕਰ ਲਾਂਗੇ। ਫਰਦਰ ਹੁਣ ਸਟੇਟਮੈਂਟ ਤੁਹਾਨੂੰ ਸਮਝ ਆ ਚੁੱਕੀ ਆ, ਮੈਂ ਇੱਕ ਵਾਰੀ ਹੋਰ ਰਿਪੀਟ ਕਰਦਾ। ਪਹਿਲੇ ਸਾਰੀ ਕੌਰਕ ਅੰਦਰ ਸੀ, ਐਕਸ ਪੋਰਸ਼ਨ ਅਸੀਂ ਬਾਹਰ ਕੀਤਾ, ਅੰਦਰ ਰਹਿ ਗਿਆ 5 - x, ਅੰਦਰਲੇ ਪੋਰਸ਼ਨ ਦਾ ਏਰੀਆ 2πr/h ਫਾਰਮੂਲਾ ਯੂਜ਼ ਕੀਤਾ ਐਂਡ h ਇਜ਼ 5 - x। ਦੈਨ ਫੋਰਸ ਉਹਨਾਂ ਕਿਹਾ ਸੀ ਕਿ ਪ੍ਰਪੋਰਸ਼ਨਲ ਟੂ ਏਰੀਆ, ਉਹ ਅਸੀਂ ਫੋਰਸ ਪ੍ਰਪੋਰਸ਼ਨਲ ਟੂ ਏਰੀਆ ਕਰ ਦਿੱਤਾ, ਏਰੀਆ ਦੀ ਵੈਲਿਊ ਪੁੱਟ ਕਰ ਦਿੱਤੀ, ਕੌਨਸਟੈਂਟ ਆਫ ਪ੍ਰਪੋਰਸ਼ਨੈਲਿਟੀ ਲਾਤਾ। ਇਨੀਸ਼ੀਅਲ ਕੰਡੀਸ਼ਨ ਵੈਨ x 0, ਉਦੋਂ ਪੁੱਲ 20 kg ਆ। 20 kg ਤੋਂ ਪਹਿਲੇ ਗ੍ਰਾਮ ਬਣਾਓ, ਸਮੋਲ ਯੂਨਿਟ ਚੱਲਦੇ ਪਏ ਇੱਥੇ, ਗ੍ਰਾਮ ਬਣਾ ਲਏ। ਦੈਨ G ਨਾਲ ਮਲਟੀਪਲਾਈ ਕਰਕੇ ਅਸੀਂ ਡਾਈਨ 'ਚ ਕਨਵਰਟ ਕਰ ਲਿਆ, ਕਿਉਂਕਿ ਫੋਰਸ ਇਜ਼ ਟੇਕਨ ਇਨ ਆਈਦਰ ਇਨ ਨਿਊਟਨ ਔਰ ਇਨ ਡਾਈਨ। ਹਾਂਜੀ, ਨੈਕਸਟ ਬਸ ਥੋੜ੍ਹਾ ਰਹਿ ਗਿਆ ਕੁਐਸਚਨ। ਹਾਂਜੀ, ਮੈਂ ਜ਼ਿਆਦਾ ਹੀ ਰਫ ਕਰ ਦਿੱਤਾ। ਹਾਂਜੀ, ਸਾਡੇ ਕੋਲ ਫੋਰਸ ਸੀ ਕਿ 2πr 5 - x, ਇਹ ਅਸੀਂ ਹੁਣ ਕੰਡੀਸ਼ਨ ਅਪਲਾਈ ਕਰ ਦਾਂਗੇ। ਫੋਰਸ 20,000 G ਕੇ 2πr 5 - 0, that is 20,000, 10 kπr and 1 0 होगी कैंसल आउट। सो वैल्यू ऑफ k इज़ 2000 G अपॉन kπ। सबस्टिट्यूट कर दो बैक इत्थे, फस्ट विच सबस्टिट्यूट करोगे, सो f आ गई 2000 G अपॉन kπ, नोट के आर पाई, सॉरी आर पाई की वैल्यू कैलकुलेट करते पे आर पाई एंड 2πr 5 - x एंड आर पाई कैंसल आउट। सो कितना मिल गया, f इज़ 4000 G इंटू 5 - x, विच इज़ अगेन ਜਿਹੜੀ ਫੋਰਸ ਆ ਉਹ ਸਾਡੇ ਕੋਲ ਕੀ ਆ, ਵੇਰੀਏਬਲ। ਜੇ ਫੋਰਸ ਵੇਰੀਏਬਲ ਆ ਤਾਂ ਪਹਿਲੇ ਅਸੀਂ ਸਮੋਲ ਵਰਕ ਡਨ ਫਾਈਂਡ ਕਰਾਂਗੇ, ਦੈਨ ਸਮੋਲ ਵਰਕ ਡਨ ਫਾਈਂਡ ਕਰਨ ਤੋਂ ਬਾਅਦ ਛੋਟੇ ਪੋਰਸ਼ਨ ਦਾ ਵਰਕ ਡਨ ਫਾਈਂਡ ਹੋਗਾ, ਬਾਅਦ ਅਸੀਂ ਜਿਹੜਾ ਟੋਟਲ ਵਰਕ ਡਨ ਉਹ ਫਾਈਂਡ ਕਰਾਂਗੇ।
ਹੁਣ ਅਸੀਂ ਲਿਖਾਂਗੇ ਵਰਕ ਡਨ ਫॉर a small displacement say delta x, ਉਹ ਹੋ ਜਾਏਗਾ f delta x। ਤੇ ਅਸੀਂ f ਦੀ ਵੈਲਿਊ ਹੁਣ ਪੁੱਟ ਕਰ ਦਿੰਦੇ ਹਾਂ। f ਦੀ ਵੈਲਿਊ ਸਾਡੇ ਕੋਲ 4000 g 5 ਮਾਈਨਸ x। ਹੁਣ ਅਸੀਂ ਫਾਈਂਡ ਕਰਾਂਗੇ ਟੋਟਲ ਵਰਕ ਡਨ ਇੰਟੀਗ੍ਰੇਸ਼ਨ ਆਫ 4000 g ਦੈਨ 5 ਮਾਈਨਸ x ਦੈਨ। ਹਾਂਜੀ, ਹੁਣ ਕੀ ਆ ਕੁਐਸਚਨ, ਲਿਮਿਟਸ ਕਿਵੇਂ ਲੈਣੀਆਂ ਉਹ ਬੜੇ ਧਿਆਨ ਦੇ ਨਾਲ ਸਮਝਣਾ। ਇਨੀਸ਼ੀਅਲੀ ਕੀ ਸੀ ਕਿ ਸਾਰੇ ਦਾ ਸਾਰਾ ਕੋਰਕ ਅੰਦਰ ਹੀ ਸੀ ਬੋਟਲ ਦੇ, ਸਾਰੇ ਦਾ ਸਾਰਾ ਹੀ ਕੀ ਸੀ, ਅੰਦਰ ਸੀ। ਸ਼ੁਰੂਆਤ ਵਿੱਚ ਇੱਦਾਂ ਸੀ। ਫਾਈਨਲ ਜਦੋਂ ਅਸੀਂ ਸਾਰਾ ਹੀ ਉਹਨੂੰ ਬਾਹਰ ਕਰ ਲਾਂਗੇ ਤਾਂ ਉਸ ਕੇਸ ਵਿੱਚ ਕੀ ਹੋਣਾ ਕਿ ਸਾਰਾ ਹੀ ਉਹ ਬਾਹਰ ਆ ਜਾਣਾ। ਇਹਦਾ ਮੀਨਿੰਗ ਇਹ ਹੋਇਆ ਸ਼ੁਰੂ ਵਿੱਚ x 0 ਸੀ, ਸ਼ੁਰੂਆਤ ਵਿੱਚ x ਦੀ ਵੈਲਿਊ 0 ਸੀ ਕਿਉਂਕਿ ਸਾਰਾ ਹੀ ਕੋਰਕ ਅੰਦਰ ਸੀ। ਉਦੋਂ ਅਸੀਂ ਕੁਛ ਵੀ ਪੋਰਸ਼ਨ ਬਾਹਰ ਨਹੀਂ ਸੀ ਕੀਤਾ ਹਜੇ। ਜਿਹੜੀ ਐਂਡ ਵਾਲੀ ਪੋਜੀਸ਼ਨ ਹੋਏਗੀ ਜਦੋਂ ਅਸੀਂ ਸਾਰਾ ਹੀ ਕੋਰਕ ਬਾਹਰ ਕਰ ਦਿੱਤਾ, ਉਦੋਂ ਕੀ ਹੋਣਾ, ਉਹ 5 ਆ ਟੋਟਲ, ਤੋਂ 5 ਦਾ 5 ਹੀ ਬਾਹਰ ਆ ਜਾਣਾ। ਉਸ ਕੇਸ ਵਿੱਚ x ਦੀ ਵੈਲਿਊ ਹੋਏਗੀ 5। ਕਹਿਣ ਦਾ ਮੀਨਿੰਗ ਆ 0 ਤੋਂ 5 ਲਿਮਿਟਸ ਲੈਣੀਆਂ ਅਸੀਂ, ਇਹਨੂੰ ਅਸੀਂ ਇੰਟੀਗ੍ਰੇਟ ਕਰ ਦਾਂਗੇ। 4000 g ਆਊਟਸਾਈਡ 5 ਮਾਈਨਸ x ਸਕੁਏਅਰ ਅਪੋਨ -2 ਲਿਮਿਟਸ ਆਫ ਇੰਟੈਗਰੇਸ਼ਨ ਇਜ਼ 0 to 5। ਸਿੰਪਲੀਫਾਈ ਤਾਂ ਹੁਣ ਤੁਸੀਂ ਕਰ ਹੀ ਸਕਦੇ ਆ ਜੀ। ਹਾਂਜੀ, ਮਾਈਨਸ ਵੀ ਹੈ ਨਾਲ, ਓਵਰ -2 5 ਪੁੱਟ ਕਰੋਗੇ 0 ਪੁੱਟ ਕਰੋਗੇ 25। ਠੀਕ ਹੈ ਜੀ, ਮਾਈਨਸ ਮਾਈਨਸ ਕੈਂਸਲ ਹੋ ਜਾਣਾ। 2 ਨਾਲ ਇੱਧਰ ਕਰ ਦੋਗੇ ਮਲਟੀਪਲਾਈ 8। ਅਤੇ ਇਹਨੂੰ ਹੁਣ ਤੁਸੀਂ ਜਦੋਂ ਸਿੰਪਲੀਫਾਈ ਕਰੋਗੇ ਤਾਂ ਤੁਹਾਡਾ, ਕਿਉਂਕਿ ਵਰਕ ਡਨ ਫਾਈਂਡ ਕਰਦੇ ਪਏ ਆ, ਉਹ ਤੁਹਾਡਾ ਆ ਜਾਏਗਾ ਅਰਗ ਵਿੱਚ, ਉਹ ਤੁਹਾਡਾ ਆ ਜਾਏਗਾ ਅਰਗ ਵਿੱਚ ਆਨਸਰ ਆਏਗਾ g × 25 ਅਰਗ। ਥੋੜ੍ਹੀ ਜਿਹੀ ਕੈਲਕੂਲੇਸ਼ਨ ਆਪਾਂ ਉੱਪਰ ਕਰ ਦਿੰਦੇ ਹਾਂ, 4 ਕਰ ਦਿੰਦੇ ਹਾਂ ਤਾਂ ਜੋ ਇਹਦਾ ਆਨਸਰ ਚੰਗੀ ਤਰ੍ਹਾਂ ਆ ਜਾਵੇ। g ਦੀ ਵੈਲਿਊ ਸਾਡੇ ਕੋਲ ਆ 9.8, g ਦੀ ਵੈਲਿਊ 9.8 ਸਬਸਟੀਟਿਊਟ। ਚਲੋ ਤੁਸੀਂ ਆਪ ਵੀ ਕਰ ਲਿਓ, g ਨੂੰ ਤੁਸੀਂ 9.8 ਪੁੱਟ ਕਰ ਦਿਓ ਅਤੇ ਉਹਨੂੰ ਸਿੰਪਲੀਫਾਈ ਕਰ ਦਿਓ। ਇਹ ਸਾਡਾ ਹੋਏਗਾ ਆਨਸਰ। ਉਮੀਦ ਕਰਦਾ ਕਿ ਸਮਝ ਆ ਗਈ ਹੋਏਗੀ। ਜੇ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਆ। ਮੇਰਾ ਕੰਮ ਹੋ ਗਿਆ ਖਤਮ, ਐਕਸਰਸਾਈਜ਼ ਵੀ ਖਤਮ, ਤੁਹਾਡਾ ਕੰਮ ਸ਼ੁਰੂ। ਵੀਡੀਓ ਨੂੰ ਲਾਈਕ ਕਰ ਦਿਓ। ਓਕੇ, ਥੈਂਕ ਯੂ।